ਤੇ 10ਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਗੁਰੂ ਦੀ ਪਦਵੀ ਦੇ ਦਿੱਤੀ। ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਬਾਣੀ ਹੈ, ਜਿਹਨੂੰ ਅਸੀਂ 9ਵੇਂ ਮਹੱਲੇ ਦੇ ਸ਼ਲੋਕ ਵੀ ਕਹਿ ਸਕਦੇ ਹਾਂ। ਇਹਨਾਂ ਦੇ ਵਿੱਚ 9ਵੇਂ ਮਹੱਲੇ ਦੇ ਸ਼ਲੋਕਾਂ ਵਿੱਚ ਜ਼ਿੰਦਗੀ ਦੇ ਬੜੇ ਪਹਿਲੂਆਂ ਦੇ ਉੱਤੇ ਗੁਰੂ ਸਾਹਿਬ ਨੇ ਸਾਨੂੰ ਚੱਲਣ ਦੀ ਗੱਲ ਕੀਤੀ ਹੈ, ਚਾਹੇ ਉਹ ਮਨੁੱਖ ਦੇ ਮਨ ਦੀ ਗੱਲ ਹੈ, ਪਰਮਾਤਮਾ ਦੀ ਹੋਂਦ ਬਾਰੇ ਗੱਲ ਹੈ, ਜਗਤ ਦੀ ਨਾਸ਼ਮਾਨਤਾ ਬਾਰੇ ਗੱਲ ਹੈ, ਸੰਸਾਰਕ ਰਿਸ਼ਤਿਆਂ ਦੀ ਗੱਲ ਹੈ, ਜੀਵਨ ਮੁਕਤੀ ਦੀ ਗੱਲ ਹੈ। ਸ਼ਾਰਟ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਗੱਲ ਹੋਈ ਫਿਰ ਆ ਜਾਂਦੀ ਹੈ ਕਿ ਇੱਕ ਆਈਡਲੀਜ਼ਮ ਕਿਵੇਂ ਲਿਆਉਣਾ ਹੈ, ਉਸ ਬਾਰੇ ਪੂਰੀ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਗੱਲਾਂ ਆਉਂਦੀਆਂ ਨੇ ਉਸ ਬਾਰੇ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਆਪਣੇ ਸ਼ਲੋਕਾਂ ਵਿੱਚ ਸਾਨੂੰ ਚਿਤਾਇਆ। ਸਰ ਰੂਪ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਹੁਣ ਵਿਚਾਰ ਦਾ ਵਿਸ਼ਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਲੋਕ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਲੋਕਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਉਹਨਾਂ ਦੇ ਜੀਵਨ ਵੱਲ ਸਾਨੂੰ ਦੇਖਣਾ ਪਏਗਾ ਕਿ ਕਿੰਨਾ ਪੜਾਵਾਂ ਦੇ ਵਿੱਚੋਂ ਉਹ ਗੁਜ਼ਰੇ, ਇਸ ਸੰਸਾਰ 'ਤੇ ਵਿਚਰੇ। ਜਿਹੜਾ ਸੰਸਾਰ ਦਾ ਅਨੁਭਵ ਸੀ, ਸੰਸਾਰ ਦਾ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਆਈਆਂ ਸੰਸਾਰਕ ਤੌਰ 'ਤੇ, ਅਧਿਆਤਮਿਕ ਤੌਰ 'ਤੇ ਜਿਹੜੇ ਉਹਨਾਂ ਨੂੰ ਲੋਕਾਂ ਨੇ ਸਵਾਲ ਕੀਤੇ, ਉਹਨਾਂ ਦਾ ਜ਼ਿੰਦਗੀ ਦਾ ਤੱਤਸਾਰ ਜਿਹੜਾ ਵਾ ਉਹ 9ਵੇਂ ਮਹੱਲੇ ਦੇ ਸ਼ਲੋਕਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਅੰਕਿਤ ਕਰ ਦਿੱਤਾ। ਇਹ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਲੋਕ ਮਹੱਲਾ 9ਵਾਂ ਦੇ ਸਿਰਲੇਖ ਅਧੀਨ ਦਰਜ ਹੈ। ਸ਼ਲੋਕ ਜਿਹੜੇ ਨੇ ਉਹ ਬਾਣੀ 'ਚ ਵੱਖ-ਵੱਖ ਥਾਵਾਂ 'ਤੇ ਆਏ ਨੇ। ਭਾਵੇਂ ਕਿ ਇਹਨਾਂ ਸ਼ਲੋਕਾਂ ਨੂੰ ਵਿਰਾਗਮਈ ਬਾਣੀ ਕਿਹਾ ਜਾਂਦਾ। ਵਿਰਾਗਮਈ ਭਾਵ ਕਿ ਵਿਰਾਗ ਪੈਦਾ ਕਰਦੀ ਆ, ਦਰਦ ਦੀ ਗੱਲ ਕਰਦੀ ਆ, ਪਰ ਇਹ ਸਾਨੂੰ ਇੱਕ ਸਫਲ ਜੀਵਨ ਜਾਂਚ ਵੀ ਦੱਸਦੀ ਹੈ। ਬਾਣੀ ਦੇ ਵਿੱਚ ਜਿੱਥੇ ਸ਼ਲੋਕ ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਬਾਣੀ ਦੀ ਸੰਪਾਦਨਾ ਕੀਤੀ ਤੇ ਉਹਨਾਂ ਨੇ ਕੁਝ ਵਾਰਾਂ ਦੇ ਨਾਲ ਤੇ ਵਾਰਾਂ ਤੋਂ ਬਾਅਦ ਸੁਖਮਨੀ ਸਾਹਿਬ ਦੇ ਨਾਲ, ਸੁਖਮਨੀ ਸਾਹਿਬ ਤੋਂ ਬਾਅਦ ਵੀ ਦੱਖਣੀ ਓਂਕਾਰ ਦੇ ਨਾਲ, ਫਿਰ ਸ਼ਲੋਕ ਕਬੀਰ ਜੀ, ਬਾਬਾ ਫਰੀਦ ਜੀ, ਸ਼ਲੋਕ ਸਹਿਸਕੀਰਤੀ। ਸ਼ਲੋਕ ਅਸਲ 'ਚ ਇੱਕ ਦੋਹਰੇ ਦਾ ਨਾਮ ਆ, ਜਿਹਦੇ ਵਿੱਚ ਥੋੜ੍ਹੇ ਸ਼ਬਦਾਂ ਦੇ ਵਿੱਚ ਵੱਡੀ ਗੱਲ ਕੀਤੀ ਜਾਂਦੀ ਹੈ। ਆਮ ਕਰਕੇ ਇਹ ਬਾਣੀ ਅਸੀਂ ਉਸ ਵੇਲੇ ਸੁਣਦੇ ਹਾਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਅਖੰਡ ਪਾਠ ਸਾਹਿਬ ਦੀ ਸਮਾਪਤੀ ਹੁੰਦੀ ਆ, ਅਤੇ ਇਹਨਾਂ ਨੂੰ ਭੋਗ ਦੇ ਸ਼ਲੋਕ ਕਹਿ ਕੇ ਵੀ ਯਾਦ ਕੀਤਾ ਜਾਂਦਾ। ਵੈਸੇ ਸ਼ਲੋਕ ਮਹੱਲਾ 9ਵਾਂ ਹੈ। ਬਾਣੀ ਦੇ ਕਰਤਾ ਬੜਾ ਸਿਰਲੇਖ ਤੋਂ ਸਪਸ਼ਟ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਦੂਸਰਾ, ਇਹ ਦੂਸਰੇ ਗੁਰੂ ਸ਼ਹੀਦ ਹਨ ਜਿਨ੍ਹਾਂ ਦੀ ਪਾਵਨ ਬਾਣੀ ਆ। ਅਤੇ ਜੇ ਅਸੀਂ ਇਹ ਕਹੀਏ ਕਿ ਇਹ ਵਿਰਾਗ ਪੈਦਾ ਕਰਦੀ ਆ, ਅਤੇ ਜੇ ਉਹਨਾਂ ਦੇ ਮਨ ਦੇ ਵਿੱਚ ਇਹ ਵਿਰਾਗ ਦੀ ਅਵਸਥਾ ਹੁੰਦੀ ਤੇ ਸ਼ਾਇਦ ਫਿਰ ਕੋਈ ਮਨੁੱਖ ਜਿਹੜਾ ਉਹ ਕਾਤਲ ਪਾਸ ਚੱਲ ਕੇ ਨਾ ਆਉਂਦਾ। ਇਹ ਉਹਨਾਂ ਦੀ ਜਿਹੜੀ ਬਾਣੀ ਆ, ਇਹ ਉਹਨਾਂ ਦੇ ਜੀਵਨ ਦੇ ਤੱਤਸਾਰ ਨੂੰ, ਜਿਹੜਾ ਅਧਿਆਤਮਿਕ ਤੱਤਸਾਰ ਆ, ਜੀਵਨ ਦਾ ਤੱਤਸਾਰ ਆ, ਉਹਨੂੰ ਰੂਪਮਾਨ ਕਰਦੀ ਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਲੰਬੇ ਪ੍ਰਚਾਰ ਦੌਰੇ ਵੀ ਕੀਤੇ, ਅਤੇ ਉਹ ਪ੍ਰਚਾਰ ਦੌਰਿਆਂ ਦੇ ਵਿੱਚ ਵੀ ਬਾਬੇ ਬਕਾਲੇ ਦੇ ਵਿੱਚ ਵੀ ਕਾਫੀ ਸਮਾਂ ਉਹਨਾਂ ਨੇ ਵਿਸ਼ਰਾਮ ਕੀਤਾ, ਰੁਕੇ। ਉਹਨਾਂ ਦਾ ਇਹ ਤਪ ਸਾਧਨ ਦਾ ਨਾਮ ਹੀ ਦਿੱਤਾ ਜਾਂਦਾ। ਫਿਰ ਉਹਨਾਂ ਦਾ ਜਿਹੜਾ ਪਹਿਲਾ ਨਾਂ ਪ੍ਰਚਲਿਤ ਸੀ ਕਿ ਤਿਆਗਮੱਲ ਸੀ, ਪਰ ਕਰਤਾਰਪੁਰ ਦੀ ਜੰਗ ਦੇ ਵਿੱਚ ਉਹਨਾਂ ਨੇ ਜਿਹੜੇ ਜੌਹਰ ਵਿਖਾਏ, ਉਹਨਾਂ ਦਾ ਨਾਂ ਤੇਗ ਬਹਾਦਰ ਦੇ ਰੂਪ ਦੇ ਵਿੱਚ ਪ੍ਰਗਟ ਹੁੰਦਾ।
पर फिर अखीर दे विच जदों जीवन लीला की संपूर्णता करते हैं तो वो त्याग की हद ते पहुँच जाते हैं, अपना शरीर भी जड़ा वो भी त्याग देंदे आ, धर्म के काज वास्ते वो शरीर भी त्यागण लई तैयार हो जाते हैं। ये बाणी जड़ी है गुरु तेग बहादुर साहब महाराज की सानू तीन तरह की रचना मिलती है। एक तो वो शब्द ਜਿਹੜੇ श्री गुरु ग्रंथ साहब ਦੇ ਵਿੱਚ 15 ਰਾਗਾਂ ਦੇ ਵਿੱਚ 59 शब्द ने ਜਿਹੜੇ ਵੱਖ-ਵੱਖ ਰਾਗਾਂ ਦੇ ਵਿੱਚ ਦਰਜ ਕੀਤੇ ਗਏ ਨੇ। ਫਿਰ 57 ਸ਼ਲੋਕ ਨੇ ਜਿਹੜੇ 1426 ਪੰਨੇ ਤੋਂ ਲੈ ਕੇ 1429 ਪੰਨਾ ਤੇ ਅੰਕਿਤ ਨੇ। ਫਿਰ ਵਾਰਤਕ ਰਚਨਾ ਹੈ कि कुछ उन्होंने हथ लिखत हुक्मनामे मिलते हैं, कहे जाते हैं कि गुरु तेग बहादुर साहब महाराज दे ने ये रचना का तीसरा जड़ा वा उन्हों का पक्ष है। पर विचारधारक पक्ष तो जड़े शब्द ने ते श्लोक ने ये पूर्ण तौर पर गुरु नानक विचारधारा की तर्जमानी करते हैं, प्रौढ़ता करते हैं, किते भी ये निराशावादी सोच पैदा नहीं करते। एक होंदा ना भी विरागमई बाणी पढ़ के मन च निराशता आ जाए, मनुख का मन ही उचाट हो जाए, संसार तो भजन नूं मन करे, पर ऐसी कोई गल नहीं। गुरु तेग बहादुर साहब की जिहड़ी समुची बाणी है वो संसारक मुश्किलों नूं जीवन दे विच रह के, परिवार दे विच रह के, समाज दे विच रह के गुजारन दा सानूं उपदेश दृढ़ करवाउंदी है। ये बाणी दे रचना काल बारे कहा जाता कि जिहड़े नवें महले के श्लोक ने ये गुरु तेग बहादुर साहब ने उस वेले रचे जदों शीशगंज साहब विखे दे स्थान ते शहादत देण लई आए तो इन्हां ने श्लोक रच के इत्थों भेजे। ये कुछ लोगों का ख्याल आ, पर जिहड़ी इन्हां श्लोकां दे विच विचारधारा दा प्रवाह चलदा वा, विचारधारा की लड़ी चलती है, एक आइडिया नूं लैके, एक विचारधारा नूं लैके एक सिस्टम दे विच ने वो उस समय नहीं हो सकते। क्योंकि जिस समय गुरु तेग बहादुर साहब महाराज इत्थे शहादत देण लई आए ने उस समय नूं जे कैलकुलेट किया जाए तो उस समय च ये रचना इत्थों करके फिर अमृतसर भेजनी, आनंदपुर साहब भेजनी असंभव जी गल लगती है। पर किवें भी होवे ये रचना जिहड़ी सी गुरु तेग बहादुर साहब महाराज की साहिबे कमाल गुरु गोबिंद सिंह महाराज ने श्री गुरु ग्रंथ साहब की पुनर संपादना समय दमदमे की धरती ते बाणी दे विच शामिल की, जदों उन्होंने श्री गुरु ग्रंथ साहब का नवें सिरों पुनर संपादना करके बाणी की संपूर्णता की। इस दे नाल श्री गुरु ग्रंथ साहब महाराज का जिहड़ा स्वरूप है, बीड़ आ, वो संपूर्ण हो जाती है। नवें महले के श्लोकों के विच गुरु ग्रंथ साहब जी दे विच मधावणी तो पहला ये श्लोक अंकित ने। इन्हां श्लोकों के विच जिहड़ा विषय वस्तु दिता गया उहदा तत्सार कह लो, उहदी भावना कह लो, वो सारी दी सारी उही आ जिहड़ी बाणी दे विच वख-वख थावां ते सानूं दर्शाई गई सी कि इस संसार दे विच मनुख ने रहिंदिआं इस जीवन नूं किवें जिउणा ते जीवन यात्रा नूं किवें सफली करना। रचना काल दा समा असीं निश्चित नहीं कर सकते कि कदों होई, कित्थे होई, पर कुछ श्लोकां बारे जिवें कि श्लोक नंबर 53-54 बारे जिहड़ा दोहरा वा इहदे बारे जरूर असीं पहलां ही विचार करके अगे चलांगे। कुछ लोगों का कहना वा कि जिहड़ा गुरु तेग बहादुर साहब महाराज का बहुत प्रचलित दोहरे ने दो कि बल छुटक्यो बंधन परे कछु ना हो तो पाए, कहो नानक अब ऊट हर गज्यो हो सहाय। ये श्लोक ते फिर बल होआ बंधन छुटै, ये जिहड़े श्लोक ने एक श्लोक कहंदे आ गुरु गोबिंद सिंह महाराज जी का वा ते एक श्लोक जिहड़ा वा गुरु तेग बहादुर साहब महाराज जी का। पर जे असीं गुरबाणी नूं क्योंकि असीं अकैडमिक पद्धर ते जे देखीए तो जिहड़ी गुरबाणी की संपादन कला वा जिहड़ा अंक प्रबंध चलदा वा वो सेम चलदा वा, उहदे विच कोई अंतर नहीं हैगा। नाले असीं ये
ਪ੍ਰਮਾਣਿਤ ਤੌਰ ਤੇ ਮੰਨ ਚੁੱਕੇ ਹਾਂ। ਮੰਨੀ ਹੋਈ ਸੱਚਾਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਹੀ ਅੰਕਿਤ ਹੈ। ਇਸ ਕਰਕੇ ਇਹ ਸ਼ਲੋਕ ਜਿਹੜਾ ਭਾਵੇਂ ਕਿ ਕੁਝ ਲੋਕਾਂ ਨੇ ਇਸ ਚੀਜ਼ ਨੂੰ ਮੰਨਿਆ, ਮੈਕਾਲਫ, ਮਹਿਮਾ ਪ੍ਰਕਾਸ਼, ਭਗਤਮਾਲਾ ਤੇ ਸ਼ਬਦਾਰਥ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆਇਆ ਜਾਣ ਕੇ ਗੁਰੂ ਗੋਬਿੰਦ ਸਿੰਘ ਪਾਸ ਆਪਣੀ ਜਿਹੜੀ ਮਨੋ ਅਵਸਥਾ ਸੀ ਉਹਨੂੰ ਪ੍ਰਗਟਾਉਣ ਲਈ ਇਹ ਸ਼ਲੋਕ ਲਿਖ ਕੇ ਭੇਜਿਆ। ਮਤਲਬ ਦੇਖੋ, ਇਹਨਾਂ ਲੋਕਾਂ ਨੇ ਕਹਿਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਮਨੋ ਅਵਸਥਾ ਇਹ ਦੱਸ ਦਿੱਤੀ ਕਿ ਮੇਰੀ ਜਿਹੜੀ ਮਨੋ ਅਵਸਥਾ ਵਾ ਕਮਜ਼ੋਰੀ ਵਾਲੀ ਹੈ, ਕਿਉਂਕਿ ਸਾਰਾ ਬਲ ਜਿਹੜਾ ਛੱਡਿਆ ਜਾ ਚੁੱਕਾ, ਛੁੱਟ ਗਿਆ, ਹੁਣ ਕੋਈ ਆਸਰਾ ਨਹੀਂ। ਤੇ ਸ਼ਲੋਕ ਦੇ ਉੱਤਰ ਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਨੇ ਉਹ ਅਨੰਦਪੁਰ ਦੀ ਧਰਤੀ ਤੋਂ ਜਵਾਬ ਭੇਜਦੇ ਆ ਤੇ ਫਿਰ ਗੁਰੂ ਜੀ ਜਿਹੜੇ ਆ ਉਹ ਛਾਤਰ ਲਈ ਤਿਆਰ ਹੁੰਦੇ ਆ। ਇਹ ਇੱਕ ਕਿਸਮ ਦਾ ਕੋਝਾ ਜਿਹਾ ਮਜ਼ਾਕ ਆ। ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪਿੰਜਰੇ 'ਚ ਬੰਦ ਕੀਤਾ ਹੋਵੇ, ਉੱਪਰ ਪਹਿਰਾ ਹੋਵੇ, ਤੇ ਉਸ ਅਵਸਥਾ ਦੇ ਵਿੱਚ ਇੱਥੋਂ ਇੱਕ ਸ਼ਲੋਕ ਦੀ ਰਚਨਾ ਹੋਣੀ, ਉਹ ਸ਼ਲੋਕ ਅਨੰਦਪੁਰ ਜਾਣਾ, ਅਨੰਦਪੁਰ ਤੋਂ ਇੱਥੇ ਆਉਣਾ। ਅੱਜ ਵਾਲੇ ਟਰਾਂਸਪੋਰਟ ਦੇ ਸਾਧਨ ਵੀ ਹੈ ਨਹੀਂ ਸੀ ਕਿ ਫਲਾਈਟ 'ਤੇ ਜਾਓ ਸਵੇਰ ਵਾਲੀ ਤੇ ਸ਼ਾਮ ਨੂੰ ਵਾਪਸ ਆ ਜਾਓ। ਸਮੇਂ ਦਾ ਵੀ ਅੰਦਾਜ਼ਾ ਸਾਨੂੰ ਲਾਉਣਾ ਪਏਗਾ। ਫਿਰ ਬਲ ਹੋਵਾ ਬੰਧਨ ਛੁਟੈ, ਸਭ ਕੁਛ ਹੋਤ ਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸੁਹਾਏ। ਅਸਲ 'ਚ ਜਿਹੜੀ ਮਨ ਦੀ ਅਵਸਥਾ ਵਾ, ਮਨ ਦੀ ਅਵਸਥਾ ਜਿਹੜੀ ਆ, ਬਾਰ-ਬਾਰ ਆਪਾਂ ਸ਼ਲੋਕਾਂ ਦੇ ਵਿੱਚ ਪੜਾਂਗੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜਿਹੜੇ ਇਹ ਸ਼ਲੋਕ ਨੇ ਇਹ ਮਨ ਨੂੰ ਸੰਬੋਧਨ ਨੇ, ਮਨ ਨੂੰ ਸੰਬੋਧਨ ਨੇ। ਆਪਣੇ ਆਪ ਨਾਲ ਜਿੱਦਾਂ ਡਾਇਲਾਗ ਕਰੀਦਾ, ਗੱਲਬਾਤ ਕਰੀਦੀ ਆ, ਸਵੈ ਪੜਚੋਲ ਦੇ ਤੌਰ ਤੇ ਸਵੈ ਨਾਲ ਪ੍ਰਸ਼ਨ ਉੱਤਰ ਨੇ ਤੇ ਉਹਨਾਂ ਦਾ ਜਵਾਬ ਹੀ ਸਤਿਗੁਰੂ ਜੀ ਆਪ ਹੀ ਸਵਾਲ ਕਰਦੇ ਨੇ, ਆਪ ਹੀ ਜਵਾਬ ਦਿੰਦੇ ਨੇ। ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਵਿੱਚ ਹੈ, ਇਸੇ ਤਰ੍ਹਾਂ ਹੀ ਸੁੱਧ ਗੋਸ਼ ਦੇ ਵਿੱਚ ਆ, ਗੁਰੂ ਨਾਨਕ ਸਾਹਿਬ ਆਪ ਹੀ ਸਵਾਲ ਕਰਦੇ ਨੇ ਤੇ ਆਪ ਹੀ ਉਸ ਸਵਾਲ ਦਾ ਜਿਹੜਾ ਜਵਾਬ ਸਾਨੂੰ ਦੇ ਰਹੇ ਨੇ। ਇਹ ਬਾਣੀ ਜਿਹੜੀ ਆ ਉਸੇ ਪ੍ਰਕਰਨ ਦੇ ਵਿੱਚ ਹੈ। ਫਿਰ ਇੱਕ ਸ਼ਲੋਕ ਆ ਕਿ ਸੰਗ ਸਖਾ ਸਭ ਤਜ ਕੇ ਕਉ ਨ ਨਿਭਿਓ ਸਾਥ, ਕਹੋ ਨਾਨਕ ਇੱਕ ਬਿਪਤ ਮੈਂ ਏਕ ਏਕ ਰਘਨਾਥ। ਕਿ ਗੁਰੂ ਤੇਗ ਬਹਾਦਰ ਸਾਹਿਬ ਫਿਰ ਅਵਸਥਾ ਕਿ ਸੰਗੀ ਸਾਥੀ ਜਿਹੜੇ ਨੇ ਸਾਰੇ ਸਾਥ ਛੱਡ ਗਏ ਨੇ ਤੇ ਇਸ ਕਰਕੇ ਜਿਹੜੀ ਮੇਰੀ ਅਵਸਥਾ ਵਾ ਕਮਜ਼ੋਰੀ ਦੀ ਵਾਲੀ ਲੱਗਦੀ ਹੈ। ਪਰ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਪੜ੍ਹੋ ਤੇ ਸਮੁੱਚੇ ਸ਼ਲੋਕਾਂ ਨੂੰ ਪੜ੍ਹੋ ਤੇ ਤੁਹਾਡੇ 'ਚ ਨਿਰਾਸ਼ਤਾ ਆ ਹੀ ਨਹੀਂ ਸਕਦੀ। ਜੇ ਸੰਗੀ ਸਾਥੀਆਂ ਦੀ ਗੱਲ ਕਰਾਂਗੇ ਤੇ ਜਿਹੜੇ ਸੰਗੀ ਸਾਥੀ ਨੇ ਉਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸ਼ਹੀਦ ਹੋ ਰਹੇ ਨੇ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹ ਤਾਂ ਸਾਹਮਣੇ ਸਨਮੁਖ ਗੁਰੂ ਦੇ ਸ਼ਹੀਦ ਹੋ ਕੇ ਆਪਣੀ ਜੀਵਨ ਲੀਲਾ ਜਿਹੜੀ ਆ ਉਹਨੂੰ ਸੰਪੂਰਨ ਕਰ ਰਹੇ ਨੇ। ਇਸ ਕਰਕੇ ਇਸ ਪੱਖ ਤੋਂ ਵੀ ਅਸੀਂ ਇਹਨਾਂ ਦੇ ਨਾਲ ਸਹਿਮਤ ਨਹੀਂ। ਫਿਰ ਇੱਕ ਸ਼ਲੋਕ ਹੈ, ਨਾਮ ਰਿਹੋ ਸਾਧੂ ਰਿਹੋ, ਰਿਹੋ ਗੁਰ ਗੋਬਿੰਦ। ਹੁਣ ਗੁਰ ਗੋਬਿੰਦ ਦੇ ਇੱਥੇ ਅਰਥ ਕੁਝ ਲੋਕਾਂ ਨੇ ਇਹ ਕੀਤੇ ਕਿ ਨਾਮ ਰਿਹੋ ਸਾਧੂ ਰਿਹੋ, ਕਿ ਨਾਮ ਰਹੇਗਾ ਪਰਮਾਤਮਾ ਦੀ ਹੋਂਦ ਰਹੇਗੀ, ਸਾਧੂ ਰਿਹੋ ਪਰਮਾਤਮਾ ਦੇ ਨਾਮ ਨੂੰ ਮੰਨਣ ਵਾਲੇ ਲੋਕ ਭਲੇ ਪੁਰਸ਼ ਰਹਿਣਗੇ, ਰਿਹੋ ਗੁਰ ਗੋਬਿੰਦ। ਤੇ ਗੋਬਿੰਦ ਤੋਂ ਭਾਵ ਲੈ ਲਿਆ ਗੁਰੂ ਗੋਬਿੰਦ ਸਿੰਘ ਤੋਂ, ਜਿਹੜਾ ਕਿ ਫਿਰ ਬਾਣੀ ਦੇ ਸਿਧਾਂਤ ਅਨੁਸਾਰ ਮੇਲ ਨਹੀਂ ਖਾਂਦਾ, ਕਿਉਂਕਿ ਗੋਬਿੰਦ ਨਾਮ ਜਿਹੜਾ ਵਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਲੋਕਾਂ 'ਚ ਹੀ 3 ਵਾਰ ਆਇਆ ਵਾ। ਉੱਥੇ ਗੋਬਿੰਦ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਦੇ ਵਿੱਚ ਇਹ ਸ਼ਬਦ ਆਇਆ। ਮਨ ਗੋਬਿੰਦ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ। ਪਹਿਲੇ ਸ਼ਲੋਕ ਦੇ ਵਿੱਚ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ, ਕਿ ਗੋਬਿੰਦ ਦੇ ਗੁਣ ਉਸ ਪ੍ਰਮਾਤਮਾ ਦੇ ਗੁਣ ਗਾਏ ਨਹੀਂ ਤੇ ਜਿਹੜਾ ਇਹ ਜਨਮ ਆਕਾਰਤ ਵਿਅਰਥ ਚਲ ਗਿਆ। ਫਿਰ ਜੇਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਜੇਬਾ ਦੇ ਨਾਲ ਗੋਬਿੰਦ ਦੇ ਗੁਣ ਭਜੋ, ਗੋਬਿੰਦ ਨੂੰ ਯਾਦ ਕਰੋ, ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੋ। ਗੁਰੂ ਗੋਬਿੰਦ ਸਿੰਘ ਦਾ ਇੱਥੇ ਸਰੀਰਕ ਰੂਪ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਗੁਰੂ ਗੋਬਿੰਦ ਸਿੰਘ ਵੱਲ ਸੰਕੇਤ ਕਰ ਰਹੇ ਆ। ਕਿਉਂ ਨਹੀਂ ਕਰ ਰਹੇ? ਉਹ ਕੇਵਲ ਤੇ ਕੇਵਲ ਅਕਾਲ ਦੀ ਉਪਾਸਨਾ ਦੇ ਧਾਰਨੀ ਸੀ, ਅਕਾਲ ਪੁਰਖ ਵਾਹਿਗੁਰੂ ਨੂੰ ਮੰਨਣ ਵਾਲੇ ਸੀ ਤੇ ਉਹਨਾਂ ਅਰਥਾਂ ਦੇ ਵਿੱਚ ਇਹ ਸ਼ਬਦ ਜਿਹੜੇ ਨੇ ਵਰਤੇ ਹੋਏ। ਇਹ ਜਿਹੜਾ ਗੋਬਿੰਦ ਬਾਰੇ ਹੈ ਨਾ ਕਿ ਨਾਮ ਰਿਹੋ ਸਾਧੂ ਰਿਹੋ, ਰਿਹੋ ਗੁਰ ਗੋਬਿੰਦ, ਇਹ ਮੈਕਾਲਫ ਕਾਨ ਸਿੰਘ ਨਾਭਾ
ਦੇ ਅਰਥ ਇਦਾਂ ਕਰਦੇ ਨੇ ਕਿ ਮੈਨੂੰ ਹੁਣ ਚਿੰਤਾ ਨਹੀਂ। ਪਿੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਜਿਹੜਾ ਸ਼ਲੋਕ ਦਾ ਜਵਾਬ ਭੇਜ ਦਿੱਤਾ। ਵੇਖੋ ਇੱਕ ਗੱਲ ਜ਼ਰੂਰ ਆ ਕਿ ਬਾਣੀ ਅਗਾਧ ਬੋਧ ਆ, ਇਹਦੇ ਬਾਰੇ ਨਿਰਣਾ ਕੋਈ ਨਹੀਂ ਦਿੱਤਾ ਜਾ ਸਕਦਾ। ਭਾਈ ਕਾਹਨ ਸਿੰਘ ਨਾਭਾ ਵਰਗੀ ਜੇ ਸ਼ਖਸੀਅਤ ਇਹ ਗੱਲ ਕਹਿ ਰਹੀ ਆ ਤੇ ਸਾਨੂੰ ਸੋਚਣ ਲਈ ਮਜਬੂਰ ਕਰਦੀ ਆ। ਪਰ ਜਦੋਂ ਅਸੀਂ ਬਾਣੀ ਨੂੰ ਸਮੁੱਚੇ ਰੂਪ 'ਚ ਵਿਚਾਰਦੇ ਹਾਂ ਤੇ ਗੱਲ ਸਪਸ਼ਟ ਹੋ ਜਾਂਦੀ ਆ ਕਿ ਮਨੁੱਖ ਗਲਤੀ ਕਰ ਸਕਦਾ, ਬਾਣੀ ਗਲਤ ਨਹੀਂ ਹੋ ਸਕਦੀ। ਬਾਣੀ ਇੱਕ ਸਾਰ ਆ, ਇੱਕ ਸੁਰ ਆ, ਇੱਕ ਵਿਚਾਰਧਾਰਾ ਦੇ ਰੂਪ ਦੇ ਵਿੱਚ ਅੰਕਿਤ ਆ। ਤੇ ਇੱਥੇ ਗੋਬਿੰਦ ਜਿਹੜਾ ਸ਼ਬਦ ਆ ਉਹ ਗੁਰੂ ਗੋਬਿੰਦ ਸਿੰਘ ਤੋਂ ਨਹੀਂ, ਉਹ ਕੇਵਲ ਤੇ ਕੇਵਲ ਅਕਾਲ ਪੁਰਖ ਦੇ ਸੰਬੰਧ ਵਿੱਚ ਹੀ ਆਇਆ ਵਾ। ਇਸ ਬਾਣੀ ਦੇ ਵਿੱਚ ਸਮੇਂ ਅਨੁਸਾਰ, ਕਿਉਂਕਿ ਸ਼ਲੋਕਾਂ ਦੀ ਗਿਣਤੀ ਫਿਰ ਕਾਫੀ ਆ ਤੇ ਇਹਨਾਂ ਤੇ ਵਿਚਾਰ ਕਰਨ ਲੱਗਿਆਂ ਕਾਫੀ ਸਮੇਂ ਦੀ ਲੋੜ ਆ। ਜੇ ਅਸੀਂ ਇਹਦੇ ਬਾਰੇ ਵਿਚਾਰ ਕਰੀਏ, ਜਿਹੜੇ 3 ਸ਼ਲੋਕਾਂ ਦੀ ਆਪਾਂ ਗੱਲ ਕੀਤੀ ਆ, ਤੇ ਕੀ ਸਮੇਂ ਤੇ ਹਾਲਾਤਾਂ ਦੇ ਸਨਮੁਖ ਅਜਿਹਾ ਹੋ ਸਕਦਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਲੋਕ ਜਿਹੜਾ ਉਹ ਲੈ ਕੇ ਬੰਦਾ ਉੱਥੇ ਜਾਵੇ, ਉੱਥੋਂ ਫਿਰ ਜਵਾਬ ਵਾਪਸ ਆਵੇ? ਗੁਰੂ ਤੇਗ ਬਹਾਦਰ ਸਾਹਿਬ ਦੀ ਕਮਜ਼ੋਰ ਮਾਨਸਿਕਤਾ ਨੂੰ ਇਹ ਦਰਸਾਉਂਦੀ ਹੈ, ਜਿਹੜੀ ਕਿ ਸਾਨੂੰ ਹਰਗਿਜ਼ ਪਰਵਾਹ ਨਹੀਂ, ਕਿਉਂਕਿ ਜਿਹਦਾ ਨਾਂ ਹੀ ਤੇਗ ਬਹਾਦਰ ਹੈ, ਜਿਹਦਾ ਨਾਂ ਹੀ ਤੇਗ ਬਹਾਦਰ ਹੈ, ਉਹ ਕਮਜ਼ੋਰ ਹੋ ਹੀ ਨਹੀਂ ਸਕਦਾ। ਉਹਨੂੰ ਮੌਤ ਦਾ ਭੈ, ਉਹਨੂੰ ਤਲਵਾਰ, ਉਹਨੂੰ ਕਿਰਪਾਨ ਨਹੀਂ ਡਰਾ ਸਕਦੀ। ਜਿਸ ਮਹਾਮਾਨਵ ਨੂੰ, ਜਿਸ ਸ਼ਖਸੀਅਤ ਨੂੰ ਇਹ ਪਤਾ ਸੀ ਕਿ ਮੈਂ ਜੇ ਅਨੰਦਪੁਰ ਦੀ ਧਰਤੀ ਤੋਂ ਚੱਲਿਆ ਵਾਂ ਤੇ ਸਾਹਮਣੇ ਮੌਤ ਖੜੀ ਆ, ਸਪਸ਼ਟ ਸੀ, ਤਾਂ ਫਿਰ ਉਹਨਾਂ ਚੱਲਣਾ ਹੀ ਨਹੀਂ ਸੀ। ਉਹ ਕੋਈ ਹੋਰ ਰਸਤਾ ਅਖਤਿਆਰ ਕਰ ਲੈਂਦੇ। ਉਹਨਾਂ ਨੂੰ ਲੋੜ ਹੀ ਨਹੀਂ ਸੀ ਕਿ ਉਹ ਬ੍ਰਾਹਮਣਾਂ ਦੀ ਫਰਿਆਦ ਸੁਣ ਕੇ ਇਸ ਪਾਸੇ ਨੂੰ ਤੁਰਦੇ। ਫਿਰ ਸ਼ਲੋਕਾਂ ਦੀ ਤਰਤੀਬ ਤੇ ਅੰਕ ਪ੍ਰਬੰਧ, ਜਿਨ੍ਹਾਂ ਵੀਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪਾਠ ਕੀਤਾ ਵਾ ਉਹ ਜਾਣਦੇ ਨੇ ਕਿ ਜਦੋਂ ਮਹੱਲਾ ਚੇਂਜ ਹੁੰਦਾ ਸ਼ਬਦਾਂ ਦੀ ਗਿਣਤੀ ਚੇਂਜ ਹੁੰਦੀ ਆ, ਤੇ ਅਖੀਰ ਦੇ ਵਿੱਚ ਟੋਟਲ ਸ਼ਬਦਾਂ ਦੀ ਗਿਣਤੀ ਦਿੱਤੀ ਹੁੰਦੀ ਆ। ਸ਼ਲੋਕਾਂ 'ਚ ਵੀ, ਅਸ਼ਟਪਦੀਆਂ 'ਚ ਵੀ, ਹਰ ਥਾਂ ਤੇ ਇੱਕ ਸੰਪਾਦਨ ਕਲਾ ਦੀ ਗੁਰੂ ਅਰਜਨ ਦੇਵ ਮਹਾਰਾਜ ਨੇ ਐਸੀ ਜੁਗਤ ਵਰਤੀ ਆ ਕਿ ਇਹਦੇ ਵਿੱਚ ਮਿਲਾਵਟ ਨਹੀਂ ਹੋ ਸਕਦੀ। ਅੰਕ ਪ੍ਰਬੰਧ ਨੂੰ ਛੇੜਛਾੜ ਨਹੀਂ ਕੀਤੀ ਜਾ ਸਕਦੀ। ਤੇ ਅੰਕ ਜਿਹੜਾ ਸ਼ਲੋਕਾਂ ਦਾ ਉਹ ਅਖੀਰੀ ਗਿਣਤੀ 57 ਨੰਬਰ ਹੀ ਰਹਿੰਦੀ ਆ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਲੋਕ ਹੁੰਦਾ ਤੇ ਅੰਕਾਂ ਦੀ ਗਿਣਤੀ ਇੱਕ ਪਾਸੇ 56 ਹੋ ਜਾਣੀ ਸੀ ਤੇ ਇੱਕ ਪਾਸੇ 1 ਆ ਜਾਣੀ ਸੀ। ਉਹ ਵੀ ਨਹੀਂ ਹੈਗੀ। ਅਸੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਦੋਂ ਦਰਸ਼ਨ ਕਰਦੇ ਹਾਂ ਤੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ। ਫਿਰ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ ਵਾਲੀ ਵੀ ਆਪਾਂ ਗੱਲ ਕੀਤੀ ਕਿ ਸੰਗੀ ਜਿਹੜੇ ਉਹਨਾਂ ਦੇ ਨਾਲ ਅਨੰਦਪੁਰ ਦੀ ਧਰਤੀ ਤੋਂ ਚੱਲੇ ਸੀ, ਉਹਨਾਂ ਨੂੰ ਜਿਸ ਰੂਪ ਦੇ ਵਿੱਚ ਸ਼ਹੀਦ ਕੀਤਾ ਗਿਆ, ਉਹ ਸਾਨੂੰ ਪ੍ਰਗਟ ਕਰਦਾ ਕਿ ਜਿਸ ਗੁਰੂ ਦੇ ਸਿੱਖ ਨੇ ਬਲਵਾਨ ਮਾਨਸਿਕਤਾ ਦੇ ਨੇ, ਜਿਨ੍ਹਾਂ ਦਾ ਮਨ ਇੰਨਾ ਬਲਵਾਨ ਹੋ ਚੁੱਕਾ ਵਾ, ਅਭੇਦ ਹੋ ਚੁੱਕਾ ਵਾ, ਉਹਨਾਂ ਦਾ ਗੁਰੂ ਜਿਹੜਾ ਵਾ ਉਹ ਕਿੰਨਾ ਬਲਵਾਨ, ਸ਼ਕਤੀਸ਼ਾਲੀ ਤੇ ਮਾਨਸਿਕ ਤੌਰ ਤੇ ਕਿੱਥੇ ਪਹੁੰਚੀ ਹੋਈ ਸ਼ਖਸੀਅਤ ਹੋਵੇਗੀ, ਉਸ ਬਾਰੇ ਕਿੰਤੂ ਕਰਨ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਬਾਣੀ ਜਿਹੜੀ ਆ ਕਿਤੇ ਵੀ ਨਿਰਾਸ਼ਾਵਾਦੀ ਨਹੀਂ। ਜੇ ਅਸੀਂ ਇਹ ਮੰਨ ਕੇ ਚੱਲਾਂਗੇ ਤੇ ਸਾਨੂੰ ਇੱਕ ਨਿਰਾਸ਼ਾਵਾਦੀ ਜਿਹੜੀ ਸੋਚ ਆ ਉਹ ਪ੍ਰਗਟ ਹੋਵੇਗੀ, ਜਦੋਂ ਕਿ ਬਾਣੀ ਦੇ ਵਿੱਚ ਨਿਰਾਸ਼ਾਵਾਦ ਨਹੀਂ, ਬਾਣੀ ਹਰ ਥਾਂ ਤੇ ਆਸ਼ਾਵਾਦੀ ਆ। ਸਾਨੂੰ ਇਹ ਜ਼ਰੂਰ ਆ ਕਿ ਹਨੇਰਾ ਦਿਖਾ ਕੇ, ਬੁਰਾਈਆਂ ਦਿਖਾ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਿਖਾ ਕੇ, ਸੰਸਾਰ ਦੀਆਂ ਮੁਸ਼ਕਲਾਂ ਦਿਖਾ ਕੇ ਡਰਾਇਆ ਨਹੀਂ, ਸਾਨੂੰ ਸੁਚੇਤ ਕੀਤਾ। ਹਰ ਥਾਂ ਤੇ ਸਾਨੂੰ ਸੁਚੇਤ ਕੀਤਾ ਕਿ ਅਸੀਂ ਸੁਚੇਤ ਹੋ ਕੇ ਰਹਿਣਾ ਤੇ ਇਹਨਾਂ ਬੁਰਾਈਆਂ ਤੋਂ ਬਚਣਾ ਵਾ। ਜਿਹੜਾ ਇਸ ਬਾਣੀ ਦਾ ਵਿਸ਼ਾ ਵਾ ਉਹ ਸੰਸਾਰ ਦੀ ਨਾਸ਼ਮਾਨਤਾ ਨੂੰ ਪ੍ਰਗਟ ਕਰਦਾ ਵਾ। ਇਹ ਸੰਸਾਰ ਨਾਸ਼ਮਾਨ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ। ਇਸ ਸੰਸਾਰ ਨੇ ਇੱਕ ਦਿਨ ਵਿਨਾਸ਼ ਹੋਣਾ ਹੀ ਹੋਣਾ। ਹਰ ਜੀਵ ਜੋ ਆਇਆ ਵਾ ਉਹਨੂੰ ਇਸ ਥਾਂ ਤੋਂ ਜਾਣਾ ਹੀ ਪੈਣਾ। ਜੋ ਘੜਿਆ ਸੋ ਭੱਜਣਾ। ਜੋ ਵੀ ਸੰਸਾਰ ਦੀ ਚੀਜ਼ ਬਣਾਈ ਗਈ ਆ, ਮਸ਼ੀਨ ਹੈ ਭਾਵੇਂ ਮਨੁੱਖ ਆ, ਜੀਵ ਆ, ਜੰਤੂ ਆ, ਹਰ ਚੀਜ਼ ਦਾ ਇੱਕ ਦਿਨ ਨਿਸ਼ਚਿਤ ਹੈ ਕਿ ਉਹਦਾ ਵਿਨਾਸ਼ ਹੋਣਾ ਹੀ ਹੋਣਾ। ਇਸ ਕਰਕੇ ਇਸ ਚੀਜ਼ ਤੋਂ ਡਰਨ ਦੀ ਲੋੜ ਨਹੀਂ। ਕੇਵਲ ਤੇ ਕੇਵਲ ਭਗਵਾਨ ਵਾਹਿਗੁਰੂ ਕਰਤਾ ਪੁਰਖ ਜਿਹੜਾ ਉਹ ਸਦੀਵ ਹੈ। ਭਾਸ਼ਾ ਜਿਹੜੀ ਹੈ ਇਹਨਾਂ ਸ਼ਲੋਕਾਂ ਦੀ ਬੜੀ ਸਰਲ ਤੇ ਸਪਸ਼ਟ ਆ, ਕਿਉਂਕਿ ਆਮ ਕਰਕੇ ਅਸੀਂ ਭੋਗ ਦੇ ਸਮੇਂ ਆਪਣੀ ਹਾਜ਼ਰੀ ਲਵਾਉਣ ਲਈ ਗੁਰੂ ਘਰਾਂ 'ਚ ਜਾਂਦੇ ਹਾਂ
ਫਿਰ ਘਰਾਂ ਦੇ ਵਿੱਚ ਅਖੰਡ ਪਾਠ ਹੋਵੇ, ਸਹਿਜ ਪਾਠ ਹੋਵੇ, ਉਦੋਂ ਵੀ ਸੁਣਦੇ ਹਾਂ। ਇਹ ਸ਼ਲੋਕ ਸਾਡੀ ਸਮਝ ਦੇ ਵਿੱਚ ਸਹਿਜੇ ਹੀ ਆ ਜਾਂਦੇ ਨੇ। ਇਹਨਾਂ ਦੀ ਭਾਸ਼ਾ ਜਿਹੜੀ ਉਹ ਬੜੀ ਸਰਲ ਸਪਸ਼ਟ ਆ। ਹਾਂ, ਇਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਾਨੂੰ ਉਪਦੇਸ਼ ਦ੍ਰਿੜ ਕਰਾਉਣ ਦੇ ਲਈ ਕੁਝ ਇਤਿਹਾਸਕ ਹਵਾਲੇ ਵੀ ਵਰਤੇ ਨੇ, ਜਿਵੇਂ ਗਨਕਾ ਦਾ, ਅਜਾਮਲ ਦਾ, ਪੰਚਾਲੀ ਦਾ, ਗੱਜ ਦਾ, ਤੇ ਇੱਥੋਂ ਤੱਕ ਕਿ ਰਾਮ ਤੇ ਰਾਵਣ ਦਾ ਵੀ। ਫਿਰ ਵਿਸ਼ਾ ਜਿਹੜਾ, ਜੇ ਅਸੀਂ ਵਿਸ਼ਿਆਂ ਦੀ ਗਿਣਤੀ ਕਰੀਏ ਸ਼ਲੋਕਾਂ ਦੇ ਵਿੱਚੋਂ, ਤੇ ਜੇ ਕੱਲੇ ਕੱਲੇ ਵਿਸ਼ੇ ਤੇ ਬੋਲਣ ਲੱਗੀਏ, ਜਿੱਦਾਂ ਕਿ ਚੇਅਰਮੈਨ ਸਾਹਿਬ ਨੇ ਪਹਿਲਾਂ ਗੱਲ ਕੀਤੀ ਕਿ ਮੁਕਤੀ ਦੀ ਗੱਲ ਕਰੀਏ, ਜੀਵਨ ਯਾਤਰਾ ਦੀ ਗੱਲ ਕਰੀਏ, ਗਿਆਨ ਦੀ ਗੱਲ ਕਰੀਏ, ਨਿਰਭੈਤਾ ਦੀ ਗੱਲ ਕਰੀਏ, ਤਾਂ ਹਰ ਵਿਸ਼ਾ ਇੰਡੀਪੈਂਡੈਂਟ ਤੌਰ ਤੇ ਉੱਤੇ ਬੋਲਿਆ ਜਾ ਸਕਦਾ। ਸਭ ਤੋਂ ਵੱਧ ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਨੇ ਉਹ ਮਨ ਨੂੰ ਸੰਬੋਧਨ ਨੇ, ਤੇ ਮਨ ਉੱਪਰ ਹੀ ਵੱਖਰਾ ਜਿਹੜਾ ਉਹ ਲੈਕਚਰ ਪੂਰਾ ਦਾ ਪੂਰਾ ਦਿੱਤਾ ਜਾ ਸਕਦਾ, ਵਿਚਾਰ ਚਰਚਾ ਕੀਤੀ ਜਾ ਸਕਦੀ ਹੈ। ਇਹਦਾ ਜਿਹੜਾ ਵਿਸ਼ਾ ਵਾ ਉਹ ਜੀਵਨ ਦਾ ਮਨੋਰਥ ਕੀ ਹੈ, ਸਾਡੇ ਜੀਵਨ ਦਾ ਮਨੋਰਥ ਦੱਸਿਆ ਗਿਆ। ਫਿਰ ਕਰਮ ਕਾਂਡਾਂ ਦਾ ਖੰਡਨ ਆ। ਫਿਰ ਸਰੀਰ ਤੇ ਸੰਸਾਰ ਦੀ ਨਾਸ਼ਮਾਨਤਾ, ਸਰੀਰ ਦੀ ਤੇ ਸੰਸਾਰ ਦੀ ਨਾਸ਼ਮਾਨਤਾ ਦਰਸਾਈ ਗਈ ਆ। ਤਿਆਗ ਦੀ ਨਹੀਂ ਗੱਲ ਕੀਤੀ ਗਈ। ਤਿਆਗ ਕਰਨਾ ਵਾ, ਕਿਹਦਾ ਤਿਆਗ ਕਰਨਾ ਵਾ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਕਰਨਾ ਵਾ। ਤਿਆਗ ਉਹ ਤਿਆਗ ਨਹੀਂ ਕਿ ਘਰ-ਬਾਰ ਤਿਆਗ ਕੇ ਜੰਗਲਾਂ ਪਹਾੜਾਂ ਚਲ ਜਾਓ, ਜਾ ਕੇ ਭਗਤੀ ਦਾ ਢੌਂਗ ਕਰੋ, ਲੋਕਾਂ ਨੂੰ ਦਿਖਾਵੋ ਕਿ ਮੈਂ ਭਗਤੀ ਕਰ ਰਿਹਾ, ਨਾਮ ਦਾ ਸਿਮਰਨ ਕਰ ਰਿਹਾ। ਉਹਦੀ ਇਸ ਦੇ ਵਿੱਚ ਕੋਈ ਥਾਂ ਨਹੀਂ। ਫਿਰ ਨਿਰਭੈਤਾ ਦੀ ਗੱਲ ਕੀਤੀ ਹੈ, ਨਿਰਭੈਤਾ ਦੀ, ਨਿਰਭਉ ਦੀ ਗੱਲ ਕੀਤੀ ਹੈ। ਇੱਕ ਗੱਲ ਜਿਹੜੀ ਕੀਤੀ ਆ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿ ਗਿਆਨੀ ਦੀ ਪਰਿਭਾਸ਼ਾ ਬਹੁਤ ਵਧੀਆ ਦਿੱਤੀ ਹੈ। ਗਿਆਨੀ ਦੀ ਪਰਿਭਾਸ਼ਾ ਜਿਹੜੀ ਆ ਉਹ ਇੱਕ ਸ਼ਲੋਕ ਦੇ ਵਿੱਚ ਬਹੁਤ ਵਧੀਆ ਦਿੱਤੀ ਆ, ਤੇ ਗੁਰਬਾਣੀ ਦੇ ਵਿੱਚ ਗਿਆਨੀ ਦੀ ਉਪਮਾ ਵੀ ਬਹੁਤ ਕੀਤੀ ਗਈ ਆ। ਗਿਆਨਵਾਨ ਮਨੁੱਖ ਦੀ ਸਿਫਤ ਸਲਾਹ ਵੀ ਬਹੁਤ ਕੀਤੀ ਗਈ ਆ, ਭਾਵੇਂ ਉਹ ਬ੍ਰਹਮ ਗਿਆਨੀ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਗਿਆਨੀ ਦੇ ਰੂਪ ਦੇ ਵਿੱਚ ਹੋਵੇ। ਸਿਫਤ ਸਲਾਹ ਗਿਆਨੀ ਦੀ ਕੀਤੀ ਗਈ ਆ। ਗਿਆਨ ਦੇ ਦੀਵੇ ਦੇ ਨਾਲ ਅਗਿਆਨਤਾ ਦੇ ਸਮੁੰਦਰ ਨੂੰ, ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਵਾ, ਤੇ ਉਹ ਗਿਆਨ ਦਾ ਜਿਹੜਾ ਚਾਨਣ ਆ ਉਹ ਦੀਵਾ ਵਾ, ਗੁਰਬਾਣੀ ਇਸ ਜਗ ਮੈਂ ਚਾਨਣ। ਉਹ ਸਾਡੇ ਪਾਸ ਗੁਰਬਾਣੀ ਦਾ ਜਿਹੜਾ ਚਾਨਣ ਆ ਉਹਦੀ ਲੋ ਦੇ ਵਿੱਚ ਜੇ ਅਸੀਂ ਚੱਲਾਂਗੇ ਤੇ ਇਸ ਸੰਸਾਰ ਸਮੁੰਦਰ ਤੋਂ ਸਹਿਜੇ ਹੀ ਪਾਰ ਹੋ ਸਕਦੇ ਹਾਂ। ਪਰ ਗਿਆਨੀ ਆਮ ਕਰਕੇ ਅਸੀਂ ਕਹਿ ਦਿੰਦੇ ਹਾਂ ਕਿ ਜਿੰਨੇ ਚਾਰ ਸ਼ਬਦ ਪੜ੍ਹ ਲਏ, ਬੋਲਣੇ ਆ ਗਏ, ਇੱਕ ਡਰੈਸ ਪਾ ਲਈ, ਇੱਕ ਡਰੈਸ ਕੋਡ ਹੈ ਉਹਦਾ, ਕਿਰਪਾਨ ਉੱਪਰ ਦੀ ਪਾਈ ਆ, ਉਹਨੂੰ ਅਸੀਂ ਗਿਆਨੀ ਕਹਿ ਦਈਏ, ਜਾਂ ਗਿਆਨੀ ਉਹਨੇ ਗਿਆਨੀ ਦਾ ਇਮਤਿਹਾਨ ਦੇ ਦਿੱਤਾ ਉਹਨੂੰ ਗਿਆਨੀ ਕਹਿ ਦਈਏ। ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਰਿਭਾਸ਼ਾ ਦਿੱਤੀ ਹੈ ਗਿਆਨੀ ਦੀ, ਉਹ ਬਹੁਤ ਪਿਆਰੀ ਆ। ਉਹ ਕਹਿੰਦੇ ਨੇ, ਭੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਜਿਹੜਾ ਗਿਆਨ ਦਾ ਹੀ ਡਰਾਵਾ ਦੇਈ ਜਾਵੇ ਵੀ ਮੈਂ ਬਹੁਤ ਵੱਡਾ ਗਿਆਨੀ ਹੋ ਗਿਆ, ਆਪਣੇ ਹੀ ਵਿਭਾਨ ਦਾ ਪ੍ਰਗਟਾ ਕਰੀ ਜਾਵੇ, ਲੋਕਾਂ ਨੂੰ ਡਰਾਈ ਜਾਵੇ, ਹੰਕਾਰ ਕਰੀ ਜਾਵੇ, ਉਹਦੀ ਗੱਲ ਨਹੀਂ ਕੀਤੀ। ਗੁਰਦੇਵ ਕਹਿੰਦੇ ਨੇ ਕਿ ਜਿਹੜਾ ਨਾ ਕਿਸੇ ਦਾ ਭੈ ਮੰਨਦਾ, ਨਾ ਕਿਸੇ ਨੂੰ ਭੈ ਦਿੰਦਾ। ਅਸੀਂ ਭੈ ਮੰਨਦੇ ਵੀ ਹਾਂ ਤੇ ਭੈ ਦਿੰਦੇ ਵੀ ਹਾਂ, ਅਸੀਂ ਗਿਆਨੀ ਨਹੀਂ ਹੈਗੇ।